ਹੈਲੋ ਐਂਡ ਸਤਿ ਸ਼੍ਰੀ ਅਕਾਲ ਸਟੂਡੈਂਟਸ ਸਾਡੀ ਲੈਕਚਰ ਦਾ ਟੌਪਿਕ ਹੈ ਕਾਰਪੋਰੇਟ ਗਵਰਨੈਂਸ ਤੇ ਇਸ ਲੈਕਚਰ ਦੇ ਵਿੱਚ ਅਸੀਂ ਕਨਸੈਪਟ ਅਤੇ ਫੀਚਰਸ ਦਾ ਟੌਪਿਕ ਕਵਰ ਕਰਾਂਗੇ। The medium of instruction in this lecture would be English and Punjabi. So let's start. Firstly, what is corporate governance? Corporate governance ਕੀ ਹੈ? Corporate governance refers to the system of control and management in relation to a company. I repeat, system of control and management in relation to a company. System which clearly defines the authority and responsibility relationship in a company. System which defines the relationship between different participants in the company such as board, management, shareholders, lenders, employees and other stakeholders. System which spells out the rules and procedure for corporate decision making. System which directly or indirectly seeks to promote corporate fairness, transparency. System which determines the accountability. ਤਾਂ ਅਗਰ ਅਸੀਂ ਕਨਕਲੂਡ ਕਰੀਏ ਤਾਂ ਕਾਰਪੋਰੇਟ ਗਵਰਨੈਂਸ ਤੋਂ ਮਤਲਬ ਸਿਸਟਮ ਤੋਂ ਹੈ। ਹੁਣ ਅਗਰ ਮੈਂ ਇਹਨੂੰ ਪੰਜਾਬੀ ਦੇ ਵਿੱਚ ਤੁਹਾਨੂੰ ਕਹਾਂ ਕਾਰਪੋਰੇਟ ਗਵਰਨੈਂਸ ਤੋਂ ਮਤਲਬ ਕੰਪਨੀ ਕਾਰਪੋਰੇਟ ਗਵਰਨੈਂਸ ਤੋਂ ਭਾਵ ਕੰਪਨੀ ਦੇ ਸੰਬੰਧ ਵਿੱਚ ਮੈਨੇਜਮੈਂਟ ਅਤੇ ਕੰਟਰੋਲ ਦੇ ਸਿਸਟਮ ਤੋਂ ਹੈ। ਉਹ ਸਿਸਟਮ ਜੋ ਸਾਰਿਆਂ ਦੀ ਜਵਾਬਦੇਹੀ, ਅਥਾਰਟੀ ਐਂਡ ਰਿਸਪੌਂਸਿਬਿਲਿਟੀ ਰਿਲੇਸ਼ਨਸ਼ਿਪ ਨੂੰ ਕਲੀਅਰਲੀ ਡਿਫਾਈਨ ਕਰਦਾ ਹੈ। ਉਹ ਸਿਸਟਮ ਜੋ ਸਾਨੂੰ ਇਹ ਦੱਸਦਾ ਹੈ ਕਿ ਕੰਪਨੀ ਦੇ ਵਿੱਚ ਡਿਸੀਜਨ ਮੇਕਿੰਗ ਕਿਵੇਂ ਹੁੰਦੀ ਹੈ, ਪ੍ਰੋਸੀਜਰ ਕੀ ਫੋਲੋ ਕੀਤਾ ਜਾਂਦਾ ਇੱਕ ਡਿਸੀਜਨ ਲੈਣ ਲਈ। ਉਹ ਸਿਸਟਮ ਜੋ ਕੰਪਨੀ ਦੇ ਡਿਫਰੈਂਟ ਪਾਰਟਿਸਿਪੈਂਟਸ ਦੀ ਇੱਕ ਦੂਜੇ ਪ੍ਰਤੀ ਰਿਸਪੌਂਸਿਬਿਲਿਟੀ ਨੂੰ ਡਿਫਾਈਨ ਕਰਦਾ ਹੈ। ਉਹ ਇਹ ਦੱਸਦਾ ਹੈ ਕਿ ਜੋ ਵੀ ਡਿਸੀਜਨ ਮੇਕਿੰਗ ਹੋਵੇ ਉਹ ਸਾਰੇ ਸਟੇਕ ਹੋਲਡਰ ਨੂੰ ਕੰਸੀਡਰ ਕਰਦੇ ਹੋਏ ਹੋਵੇ, ਨਾ ਕਿ ਇਕੱਲੇ ਪ੍ਰੋਫਿਟ ਨੂੰ ਦੇਖਦੇ ਹੋਏ ਹੋਵੇ। ਉਹ ਸਿਸਟਮ ਜੋ ਜਾਣੇ ਅਣਜਾਣੇ ਦੇ ਵਿੱਚ ਕਾਰਪੋਰੇਟ ਫੇਅਰਨੈਸ ਨੂੰ, ਟਰਾਂਸਪੇਰੈਂਸੀ ਨੂੰ ਪ੍ਰਮੋਟ ਕਰਦਾ ਹੈ। ਉਹ ਸਿਸਟਮ ਜੋ ਕੰਪਨੀ ਦੇ ਵਿੱਚ ਜਵਾਬਦੇਹੀ ਨਿਸ਼ਚਿਤ ਕਰਦਾ ਹੈ। ਤਾਂ ਸਭ ਤੋਂ ਪਹਿਲਾਂ ਸਟੂਡੈਂਟਸ ਇਹ ਗੱਲ ਸਮਝ ਲਵੋ ਕਿ it is only in relation to corporate sector, it is only in relation to companies. ਅਸੀਂ ਕੰਪਨੀਜ਼ ਦੀ ਗੱਲ ਕਰ ਰਹੇ ਹਾਂ ਕਿਉਂਕਿ ਕੰਪਨੀਜ਼ ਦੇ ਵਿੱਚ ਓਨਰਸ਼ਿਪ ਅਤੇ ਮੈਨੇਜਮੈਂਟ ਦਾ ਡਿਵੋਰਸ ਹੈ। ਕੰਪਨੀ ਇੱਕ ਕੰਪਲੈਕਸ ਆਰਗੇਨਾਈਜੇਸ਼ਨਲ ਸਟਰਕਚਰ ਹੁੰਦੀ ਹੈ, ਤਾਂ ਉੱਥੇ ਇੱਕ ਸਿਸਟਮ ਹੋਣਾ, ਇੱਕ ਚੰਗਾ ਸਿਸਟਮ ਹੋਣਾ ਬਹੁਤ ਜ਼ਰੂਰੀ ਹੈ। ਇਟ ਇਜ਼ ਮਸਟ। ਅਗਰ ਮੈਂ ਕਾਰਪੋਰੇਟ ਗਵਰਨੈਂਸ ਨੂੰ ਬਹੁਤ ਜ਼ਿਆਦਾ ਪ੍ਰੀਸ਼ੀਅਸਲੀ ਡਿਫਾਈਨ ਕਰਾਂ ਇੱਕ ਲਾਈਨ ਦੇ ਵਿੱਚ, ਤਾਂ ਮੈਂ ਸਿੰਪਲੀ ਕਹੂੰਗਾ ਇਟ ਇਜ਼ ਦ ਸਿਸਟਮ ਆਫ ਕੰਟਰੋਲ ਐਂਡ ਮੈਨੇਜਮੈਂਟ ਇਨ ਰਿਲੇਸ਼ਨਸ਼ਿਪ ਟੂ ਏ ਕੰਪਨੀ। ਤਾਂ ਜਿਹੜੀਆਂ ਬਾਕੀਆਂ ਗੱਲਾਂ ਅਸੀਂ ਕੀਤੀਆਂ ਨੇ, ਸਟੇਕ ਹੋਲਡਰ ਓਰੀਐਂਟਡ ਕੰਸੈਪਟ ਹੈ ਇਹ, ਡਿਸੀਜਨ ਮੇਕਿੰਗ ਕਿਵੇਂ ਲਿੱਤੀ ਜਾਂਦੀ ਹੈ ਉਹ ਦੱਸਦਾ ਹੈ, ਅਥਾਰਟੀ ਰਿਸਪੌਂਸਿਬਿਲਿਟੀ ਰਿਲੇਸ਼ਨਸ਼ਿਪ ਨੂੰ ਵੈਲ ਡਿਫਾਈਨ ਕਰਦਾ ਹੈ। ਉਹ ਗੱਲਾਂ ਇੱਕ ਚੰਗੇ, ਇੱਕ ਗੁੱਡ ਕਾਰਪੋਰੇਟ ਗਵਰਨੈਂਸ ਸਿਸਟਮ ਦੇ ਸੰਦਰਭ ਦੇ ਵਿੱਚ ਨੇ। ਉਹ ਗੱਲਾਂ ਜਦ ਅਸੀਂ ਗੁੱਡ ਕਾਰਪੋਰੇਟ ਗਵਰਨੈਂਸ ਦੀ ਗੱਲ ਕਰਦੇ ਹਾਂ ਉਹਦੇ ਸੰਬੰਧ ਵਿੱਚ ਹੈ। ਤੇ ਅਸੀਂ ਆਮ ਤੌਰ ਤੇ ਜਦ ਕਾਰਪੋਰੇਟ ਗਵਰਨੈਂਸ ਦੀ ਗੱਲ ਕਰਦੇ ਹਾਂ ਯੂਜ਼ਲੀ ਉਹਦਾ ਮਤਲਬ ਗੁੱਡ ਕਾਰਪੋਰੇਟ ਗਵਰਨੈਂਸ ਤੋਂ ਹੀ ਹੁੰਦਾ ਹੈ, ਉਹਦਾ ਮਤਲਬ ਬੈਡ ਕਾਰਪੋਰੇਟ ਗਵਰਨੈਂਸ ਤੋਂ ਨਹੀਂ ਹੁੰਦਾ। ਤਾਂ ਟੂ ਕਨਕਲੂਡ ਵੀ ਕੈਨ ਸੇ that corporate governance is the system of control and management in relationship to companies. That's it. ਤੇ ਇਹ ਕੰਸੈਪਟ ਕਿਉਂ ਆਇਆ? ਐਮਰਜੈਂਸ ਆਫ ਕਾਰਪੋਰੇਟ ਗਵਰਨੈਂਸ। ਕਾਰਨ ਕੀ ਸੀ ਕਿ ਕਾਰਪੋਰੇਟ ਗਵਰਨੈਂਸ ਦਾ ਜੋ ਟੌਪਿਕ ਹੈ ਉਹ ਚਰਚਾ ਦਾ ਵਿਸ਼ੇ ਬਣਿਆ, ਜਾਂ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਇਸ ਨੂੰ ਆਪਣੇ ਸਿਲੇਬਸ ਦੇ ਵਿੱਚ ਪੜ੍ਹ ਰਹੇ ਹੋ। ਦੇਖੋ, ਕਾਰਪੋਰੇਟ ਗਵਰਨੈਂਸ ਦਾ ਕੰਸੈਪਟ 80s ਅਤੇ 90s ਦੇ ਵਿੱਚ ਐਮਰਜੈਂਸ ਦੇ ਵਿੱਚ ਆਇਆ। 1980 ਤੇ 1990 ਦੇ ਦਹਾਕਿਆਂ ਦੇ ਵਿੱਚ ਇਹ ਕੰਸੈਪਟ ਚਰਚਾ ਦਾ ਵਿਸ਼ੇ ਬਣਿਆ। ਕਿਉਂ ਚਰਚਾ ਦਾ ਵਿਸ਼ੇ ਬਣਿਆ? ਕਿਉਂਕਿ ਉਹਨਾਂ ਦਹਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਕਾਰਪੋਰੇਟ ਸਕੈਮਸ ਦੁਨੀਆ ਦੇ ਸਾਹਮਣੇ ਆਏ। ਸਰਕਾਰਾਂ ਨੂੰ ਤੇ ਪਬਲਿਕ ਨੂੰ ਬਹੁਤ ਕਾਰਪੋਰੇਟ ਸਕੈਮਸ ਬਾਰੇ ਪਤਾ ਲੱਗਿਆ।
ਜਿਹਦੇ ਕਰਕੇ ਪਬਲਿਕ ਦਾ ਸਟਾਕ ਮਾਰਕੀਟ ਦੇ ਵਿੱਚ ਕੌਨਫੀਡੈਂਸ ਕਾਫੀ ਲੂਜ਼ ਹੋ ਗਿਆ ਤੇ ਉਹਨਾਂ ਨੇ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਨਾ ਘੱਟ ਕਰਤਾ ਜਾਂ ਬੰਦ ਕਰਤਾ, ਜਿਹਦੇ ਕਰਕੇ ਇਕਨੋਮੀ ਤੇ ਉਸਦਾ ਨੈਗੇਟਿਵ ਇੰਪੈਕਟ ਪਿਆ। ਇਹਨਾਂ ਨੈਗੇਟਿਵ ਇੰਪੈਕਟ ਨੂੰ ਦੂਰ ਕਰਨ ਲਈ ਡਿਫਰੈਂਟ ਕਮੇਟੀਜ਼ ਫਾਰਮ ਕੀਤੀਆਂ ਗਈਆਂ ਤੇ ਕਮੇਟੀਜ਼ ਨੇ ਇਹੀ ਗੱਲ ਕੀਤੀ ਕਿ ਕੰਪਨੀਜ਼ ਦੇ ਵਿੱਚ ਇੱਕ ਚੰਗਾ ਸਿਸਟਮ ਹੋਣਾ ਚਾਹੀਦਾ ਹੈ, ਗੁੱਡ ਕਾਰਪੋਰੇਟ ਗਵਰਨੈਂਸ ਹੋਣੀ ਚਾਹੀਦੀ ਹੈ, ਕਿ ਇੱਕ ਕਾਰਪੋਰੇਟ ਗਵਰਨੈਂਸ ਹੋਣੀ ਚਾਹੀਦੀ ਹੈ, ਸਿਸਟਮ ਹੋਣਾ ਚਾਹੀਦਾ ਹੈ। ਲੈਕ ਆਫ ਸਿਸਟਮ ਕਰਕੇ ਕਿਤੇ ਨਾ ਕਿਤੇ ਸਕੈਮਸ ਦਾ ਸਕੋਪ ਬਣਿਆ। ਜੇ ਇੱਕ ਸਿਸਟਮ ਹੁੰਦਾ ਤੇ ਸਕੈਮ ਇੰਨੇ ਆਸਾਨੀ ਢੰਗ ਨਾਲ ਇੰਨੇ ਜ਼ਿਆਦਾ ਲੈਵਲ ਤੇ ਨਾ ਹੁੰਦੇ। ਤਾਂ ਕਾਰਪੋਰੇਟ ਗਵਰਨੈਂਸ ਦੀ ਐਮਰਜੈਂਸੀ ਕਾਰਪੋਰੇਟ ਸਕੈਮਸ ਨੇ, ਤੇ ਉਹ ਸਕੈਮਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਫੇਅਰਨੈਸ, ਟਰਾਂਸਪੇਰੈਂਸੀ ਤੇ ਅਕਾਊਂਟੇਬਿਲਿਟੀ ਨੂੰ ਪ੍ਰਮੋਟ ਕਰਕੇ। ਤਾਂ ਇਸ ਕਰਕੇ ਜਦ ਵੀ ਅਸੀਂ ਕਾਰਪੋਰੇਟ ਗਵਰਨੈਂਸ ਦੀ ਗੱਲ ਕਰਦੇ ਹਾਂ ਤਾਂ ਅਸੀਂ ਫੇਅਰਨੈਸ, ਟਰਾਂਸਪੇਰੈਂਸੀ ਤੇ ਅਕਾਊਂਟੇਬਿਲਿਟੀ ਦੀ ਗੱਲ ਵੀ ਕਰਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਡੈਫੀਨੇਸ਼ਨ ਦੀ। ਦੇਖੋ ਵੈਸੇ ਤਾਂ ਕਾਰਪੋਰੇਟ ਗਵਰਨੈਂਸ ਦੀ ਕੋਈ ਯੂਨੀਵਰਸਲੀ ਐਕਸੈਪਟਡ ਡੈਫੀਨੇਸ਼ਨ ਨਹੀਂ ਆਈ। ਡਿਫਰੈਂਟ ਕਮੇਟੀਜ਼ ਨੇ ਡਿਫਰੈਂਟ ਸੈਂਸ ਦੇ ਵਿੱਚ ਇਸ ਨੂੰ ਡਿਫਾਈਨ ਕੀਤਾ। ਇੱਕ ਕਮੇਟੀ ਕੈਡਬਰੀ ਕਮੇਟੀ, ਜੋ ਕਿ ਬ੍ਰਿਟੇਨ ਦੀ ਇੰਗਲੈਂਡ ਦੀ ਕਮੇਟੀ ਹੈ, ਉਹਨੇ 1992 ਦੇ ਵਿੱਚ 1992 ਦੇ ਵਿੱਚ ਆਪਣੀ ਰਿਪੋਰਟ ਸਬਮਿਟ ਕਰਵਾਈ। ਉਸਨੇ ਕਿਵੇਂ ਡਿਫਾਈਨ ਕੀਤਾ ਕਾਰਪੋਰੇਟ ਗਵਰਨੈਂਸ ਨੂੰ? According to Cadbury Committee, corporate governance is a system by which companies are directed and controlled. बड़ी न्यूट्रल ਤੇ ਵਾਈਡਲੀ ਯੂਜ਼ਡ ਡੈਫੀਨੇਸ਼ਨ ਹੈ। ਨਿਊਟਰਲ ਕਿਉਂ ਹੈ? ਕਿਉਂਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ, ਕਾਰਪੋਰੇਟ ਗਵਰਨੈਂਸ ਤੋਂ ਮਤਲਬ ਕੰਪਨੀ ਦੇ ਸੰਬੰਧ ਵਿੱਚ ਮੈਨੇਜਮੈਂਟ ਅਤੇ ਕੰਟਰੋਲ ਤੇ ਸਿਸਟਮ ਤੋਂ ਹੈ। ਉਹ ਸਿਸਟਮ ਚੰਗਾ ਵੀ ਹੋ ਸਕਦਾ ਹੈ, ਬੈਡ ਕਾਰਪੋਰੇਟ ਗਵਰਨੈਂਸ ਵੀ ਹੋ ਸਕਦੀ ਹੈ ਤੇ ਗੁੱਡ ਕਾਰਪੋਰੇਟ ਗਵਰਨੈਂਸ ਵੀ ਹੋ ਸਕਦੀ ਹੈ। ਗੱਲ ਵੱਖਰੀ ਹੈ ਕਿ ਅਸੀਂ ਕਾਰਪੋਰੇਟ ਗਵਰਨੈਂਸ ਤੋਂ ਮਤਲਬ ਹਮੇਸ਼ਾ ਗੁੱਡ ਕਾਰਪੋਰੇਟ ਗਵਰਨੈਂਸ ਤੋਂ ਹੀ ਲੈਂਦੇ ਹਾਂ, ਪਰ ਕੈਡਬਰੀ ਕਮੇਟੀ ਨੇ ਜੋ ਡੈਫੀਨੇਸ਼ਨ ਦਿੱਤੀ ਹੈ ਉਹ ਇੱਕ ਨਿਊਟਰਲ ਡੈਫੀਨੇਸ਼ਨ ਹੈ, ਜਿਹਦੇ ਵਿੱਚ ਅਸੀਂ ਸਿਰਫ ਗੱਲ ਕਹਿ ਰਹੇ ਹਾਂ ਕਿ ਕਾਰਪੋਰੇਟ ਗਵਰਨੈਂਸ ਤੋਂ ਮਤਲਬ ਸਿਰਫ ਕੰਟਰੋਲ ਐਂਡ ਮੈਨੇਜਮੈਂਟ ਦੇ ਸਿਸਟਮ ਤੋਂ ਹੈ। ਹੁਣ ਕੈਡਬਰੀ ਕਮੇਟੀ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਤੁਹਾਨੂੰ ਅਸੀਂ ਦਿੰਦੇ ਹਾਂ। ਕੈਡਬਰੀ ਕਮੇਟੀ ਮਈ 1991 ਦੇ ਵਿੱਚ ਫਾਰਮ ਕੀਤੀ ਗਈ ਸੀ, ਜਿਹਦੇ ਵਿੱਚ ਫਾਈਨੈਂਸ਼ੀਅਲ ਰਿਪੋਰਟਿੰਗ ਕਾਉਂਸਲ, ਲੰਡਨ ਸਟਾਕ ਐਕਸਚੇਂਜ ਤੇ ਅਕਾਊਂਟਿੰਗ ਪ੍ਰੋਫੈਸ਼ਨਲ ਪਾਰਟਿਸਿਪੈਂਟ ਸੀਗੇ। ਕਮੇਟੀ ਇਸ ਕਰਕੇ ਫਾਰਮ ਕੀਤੀ ਗਈ ਸੀ ਕਿ ਜੋ ਕਾਰਪੋਰੇਟ ਸਕੈਮਸ ਹੈ, ਜੋ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਤੇ ਕਾਰਪੋਰੇਟ ਫੇਲਿਅਰਸ ਹੈ, ਉਹ ਬਹੁਤ ਵਰਲਡ ਵਾਈਡ ਬਹੁਤ ਸਾਹਮਣੇ ਆ ਰਹੇ ਸੀਗੇ। ਉਸਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਜਾਂ ਉਸਨੂੰ ਕਿਵੇਂ ਓਵਰਕਮ ਕੀਤਾ ਜਾ ਸਕਦਾ ਹੈ, ਉਹਦੇ ਲਈ ਕਮੇਟੀ ਫਾਰਮ ਕੀਤੀ ਗਈ ਸੀ। ਤੇ ਇਸ ਕਮੇਟੀ ਦੀ ਚੇਅਰਮੈਨਸ਼ਿਪ ਕੀਤੀ ਸੀ ਸਰ ਐਡਰੀਅਨ ਕੈਡਬਰੀ, ਜਿਹਦੇ ਉੱਤੇ ਕਮੇਟੀ ਦਾ ਨਾਮ ਪਿਆ ਕੈਡਬਰੀ ਕਮੇਟੀ। ਤੇ ਕਮੇਟੀ ਦੀ ਰਿਪੋਰਟ ਵੀ ਤੁਹਾਨੂੰ ਪੜ੍ਹਨ ਲਈ ਮਿਲੇਗੀ ਸਿਲੇਬਸ ਦੇ ਵਿੱਚ, ਤਾਂ ਅਸੀਂ ਉਹਦੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ। ਜੋ ਅਸੀਂ ਡੈਫੀਨੇਸ਼ਨ ਦੀ ਗੱਲ ਕਰ ਰਹੇ ਸੀ ਉਹ ਇਹ ਹੈ, ਕਾਰਪੋਰੇਟ ਗਵਰਨੈਂਸ ਇਜ਼ ਦੀ ਸਿਸਟਮ ਬਾਈ ਵਿਚ ਕੰਪਨੀਜ਼ ਆਰ ਡਾਇਰੈਕਟਡ ਐਂਡ ਕੰਟਰੋਲਡ। ਕਾਰਪੋਰੇਟ ਗਵਰਨੈਂਸ ਸਿਸਟਮ ਹੁੰਦਾ ਹੈ ਜਿਸ ਦੇ ਦੁਆਰਾ ਕੰਪਨੀਜ਼ ਨੂੰ ਡਾਇਰੈਕਟ ਅਤੇ ਕੰਟਰੋਲ ਕੀਤਾ ਜਾਂਦਾ ਹੈ। ਇੱਕ ਹੋਰ ਡੈਫੀਨੇਸ਼ਨ ਬਾਰੇ ਅਸੀਂ ਗੱਲ ਕਰਾਂਗੇ ਜੋ ਕਿ ਨਿਊਟਰਲ ਨਹੀਂ ਹੈ, ਪੋਜ਼ਿਟਿਵ ਸੈਂਸ ਦੇ ਵਿੱਚ ਕਾਰਪੋਰੇਟ ਗਵਰਨੈਂਸ ਦੀ ਗੱਲ ਕਰਦਾ ਹੈ। ਇਹ ਡੈਫੀਨੇਸ਼ਨ ਤੁਹਾਨੂੰ ਆਪਣੀ ਬੁੱਕ ਦੇ ਵਿੱਚ, ਕਿਉਂਕਿ ਤੁਸੀਂ ਜ਼ਿਆਦਾਤਰ ਪੰਜਾਬੀ ਯੂਨੀਵਰਸਿਟੀ ਦੇ ਜੋ ਕਾਲਜਸ ਨੇ ਉੱਥੇ ਕਲਿਆਣੀ ਪਬਲਿਸ਼ਰ ਜਾਂ RD ਦੀ ਬੁੱਕ ਫੋਲੋ ਕੀਤੀ ਜਾਂਦੀ ਹੈ, ਲੇਕਿਨ ਇਹ ਡੈਫੀਨੇਸ਼ਨ ਤੁਹਾਨੂੰ ਆਪਣੀ ਬੁੱਕਸ ਦੇ ਵਿੱਚ ਨਹੀਂ ਮਿਲੇਗੀ। LVV ਅਈਅਰ, LVV ਅਈਅਰ ਕੌਣ ਹੈ ਉਹਦੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ, ਪਹਿਲਾਂ ਡੈਫੀਨੇਸ਼ਨ ਦੀ ਗੱਲ ਕਰੀਏ। According to him, corporate governance can be defined as a set of systems, processes which ensure that a company is managed to the best interest of all the stakeholders. LVV ਅਈਅਰ ਦੇ ਮੁਤਾਬਿਕ corporate governance ਉਹ rules, ਉਹ procedures, ਉਹ systems ਦਾ set ਹੈ, ਇੱਕ ਸਿੰਗਲ ਸਿਸਟਮ ਨਹੀਂ ਹੈ, ਨੰਬਰ ਆਫ ਸਿਸਟਮਸ ਦਾ ਸੈਟ ਹੈ, ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਕੰਪਨੀ
ਸਾਰੇ ਸਟੇਕ ਹੋਲਡਰਸ ਦੇ ਬੈਸਟ ਇੰਟਰਸਟ ਦੇ ਵਿੱਚ ਬੈਸਟ ਸਾਰੇ ਸਟੇਕ ਹੋਲਡਰਸ ਦੇ ਇੰਟਰਸਟ ਨੂੰ ਮੱਦੇਨਜ਼ਰ ਰੱਖਦੇ ਹੋਏ ਬੈਸਟ ਪੋਸੀਬਲ ਮੈਨਰ ਦੇ ਵਿੱਚ ਮੈਨੇਜ ਕੀਤੀ ਜਾ ਰਹੀ ਹੈ, ਕੰਟਰੋਲ ਕੀਤੀ ਜਾ ਰਹੀ ਹੈ ਸਾਰੇ ਸਟੇਕ ਹੋਲਡਰਸ ਇੰਟਰਸਟ ਦੇ ਵਿੱਚ। ਐ ਨਹੀਂ ਕਿ ਸਿਰਫ ਸ਼ੇਅਰ ਹੋਲਡਰਸ ਨੂੰ ਧਿਆਨ 'ਚ ਰੱਖਦੇ ਹੋਏ ਕਿ ਅਸੀਂ ਤਾਂ ਸਿਰਫ ਸ਼ੇਅਰ ਹੋਲਡਰਸ ਨੂੰ ਪ੍ਰੋਫਿਟ ਕਮਾ ਕੇ ਦੇਣਾ, ਬਾਕੀ ਚਾਹੇ ਅਸੀਂ ਇੰਪਲੋਈਜ਼ ਨੂੰ ਸੈਲਰੀ ਘੱਟ ਦੇਈਏ, ਉਹਨਾਂ ਦਾ ਸ਼ੋਸ਼ਣ ਕਰੀਏ, ਐਕਸਪਲੋਇਟੇਸ਼ਨ ਕਰੀਏ, ਜਾਂ ਫਿਰ ਕਸਟਮਰ ਨੂੰ ਅਸੀਂ ਘਟੀਆ ਮਟੀਰੀਅਲ ਮਹਿੰਗੇ ਦਾਮਾਂ ਤੇ ਵੇਚੀਏ ਨਾ, ਉਹ ਗੱਲ ਨਹੀਂ। ਸਾਰੇ ਸਟੇਕ ਹੋਲਡਰਸ ਦਾ ਧਿਆਨ ਰੱਖਣਾ ਹੈ। ਸਟੇਕ ਹੋਲਡਰ ਕੌਣ ਹੁੰਦੇ ਨੇ? each and every party which affect and got affected by the corporate decision making। ਉਹ ਹਰ ਪਾਰਟੀ ਜੋ corporate decision making ਨੂੰ ਅਫੈਕਟ ਕਰਦੀ ਹੈ ਤੇ ਉਹ ਤੋਂ ਅਫੈਕਟਡ ਹੁੰਦੀ ਹੈ, ਉਸਨੂੰ ਉਹ ਪਾਰਟੀਜ਼ ਨੂੰ ਅਸੀਂ ਸਟੇਕ ਹੋਲਡਰ ਕਹਿੰਦੇ ਹਾਂ। ਸ਼ੇਅਰ ਹੋਲਡਰ, ਬੋਰਡ ਆਫ ਡਾਇਰੈਕਟਰ, ਇੰਪਲੋਈਜ਼, ਸਾਡੇ ਸਪਲਾਇਰ, ਕੰਪੀਟੀਟਰ, ਕਸਟਮਰ, ਪਬਲਿਕ, ਇਹ ਸਾਰੇ ਸਟੇਕ ਹੋਲਡਰ ਹੁੰਦੇ ਨੇ। ਤੇ ਕਾਰਪੋਰੇਟ ਗਵਰਨੈਂਸ ਕੀ ਹੈ? ਇੱਕ ਸਟੇਕ ਹੋਲਡਰ ਓਰੀਐਂਟਡ ਕੰਸੈਪਟ ਹੈ ਕਿ ਤੁਸੀਂ ਸਾਰੇ ਸਟੇਕ ਹੋਲਡਰਸ ਦਾ ਧਿਆਨ ਰੱਖਦੇ ਹੋਏ ਬੈਸਟ ਪੋਸੀਬਲ ਮੈਨਰ ਦੇ ਵਿੱਚ ਕੰਪਨੀ ਨੂੰ ਮੈਨੇਜ ਕਰ ਰਹੇ ਹੋ, ਤੇ ਜਿਸ ਸਿਸਟਮ ਨੂੰ ਦੇ ਅਕੋਰਡਿੰਗ ਤੁਸੀਂ ਇਹ ਕੰਮ ਕਰ ਰਹੇ ਹੋ ਉਸ ਸਿਸਟਮ ਨੂੰ ਅਸੀਂ ਕੀ ਕਹਿੰਦੇ ਆ? ਕਾਰਪੋਰੇਟ ਗਵਰਨੈਂਸ। LVV ਅਈਅਰ ਬਾਰੇ ਥੋੜੀ ਜਾਣਕਾਰੀ ਦਿੰਦੇ ਹੋਏ ਤੁਹਾਨੂੰ ਅਸੀਂ ਦੱਸਦੇ ਹਾਂ ਕਿ LVV ਅਈਅਰ ਇੱਕ ਕਾਰਪੋਰੇਟ ਲਾਇਰ ਨੇ। LVV ਅਈਅਰ ਐਂਡ ਐਸੋਸੀਏਟਸ, ਹੈਦਰਾਬਾਦ। ਉਹ ਐਕਸਪਰਟ ਨੇ ਇੰਟਰਨੈਸ਼ਨਲ ਐਗਰੀਮੈਂਟਸ ਅਤੇ ਕਾਰਪੋਰੇਟ ਰੀਸਟਰਕਚਰਿੰਗ ਮੈਟਰਸ ਦੇ ਵਿੱਚ। ਉਹਨਾਂ ਨੂੰ 30 ਸਾਲ ਤੋਂ ਵੱਧ ਦਾ ਤਜਰਬਾ ਹੈ ਕੰਪਨੀ ਲਾ ਪ੍ਰੈਕਟੀਸ਼ਨਰ ਦੇ ਤੌਰ ਤੇ ਕੰਪਨੀ ਲਾ 2013 ਦੇ ਜੋ ਪ੍ਰੋਵੀਜ਼ਨਸ ਨੇ ਉਹਨਾਂ ਵਿੱਚ ਕਿਤੇ ਨਾ ਕਿਤੇ LVV ਅਈਅਰ ਦਾ ਵੀ ਬਹੁਤ ਵੱਡਾ ਕੰਟਰੀਬਿਊਸ਼ਨ ਹੈ। ਤੇ ਜਦ ਇੰਡੀਆ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਕਾਰਪੋਰੇਟ ਗਵਰਨੈਂਸ ਦੇ ਮਾਡਲ ਉੱਤੇ ਗੱਲ ਹੁੰਦੀ ਸੀ, ਇਨਕਲੂਸਿਵ ਮਾਡਲ ਉੱਤੇ ਗੱਲ ਹੁੰਦੀ ਸੀ, ਤਾਂ ਉਹ ਸ਼ੁਰੂਆਤੀ ਦੌਰ ਦੇ ਵਿੱਚ ਇਹ ਮੁੱਖ ਸੀਗੇ। ਹੁਣ ਆਪਾਂ ਗੱਲ ਕਰਦੇ ਹਾਂ ਫੀਚਰਸ ਅਤੇ ਕਰੈਕਟਰਿਸਟਿਕਸ ਦੀ। ਪਹਿਲਾਂ ਆਪਾਂ ਉਧਰੋਂ ਕਨਕਲੂਡ ਕਰ ਲੈਂਦੇ ਹਾਂ ਕਿ ਕਾਰਪੋਰੇਟ ਗਵਰਨੈਂਸ ਦਾ ਮਤਲਬ ਉਹ ਸਿਸਟਮ ਹੈ ਜੋ ਐਥੀਕਲੀ ਡਿਸੀਜਨ ਮੇਕਿੰਗ, ਸੋਸ਼ਲੀ ਰਿਸਪੋਂਸਿਬਲ ਮੈਨਰ ਦੇ ਵਿੱਚ ਡਿਸੀਜਨ ਮੇਕਿੰਗ ਵੱਲ ਸਿਸਟਮ ਡਿਜ਼ਾਈਨ ਕਰਦੀ ਹੈ। Corporate governance is the system of decision making which takes ethically and socially responsible decisions। ਆਪਾਂ ਇਹ ਗੱਲ ਕਹਿ ਸਕਦੇ ਹਾਂ। ਤੇ ਹੁਣ ਆਪਾਂ ਫੀਚਰਸ ਅਤੇ ਕਰੈਕਟਰਿਸਟਿਕਸ ਦੀ ਗੱਲ ਕਰਦੇ ਹਾਂ ਕਿਸੇ ਵੀ ਟੌਪਿਕ ਦੇ ਵਿੱਚ, ਤਾਂ ਅਗਰ ਤੁਹਾਨੂੰ ਕੰਸੈਪਟ ਚੰਗੀ ਤਰ੍ਹਾਂ ਸਮਝ ਆ ਗਿਆ, if you understood the concept in best possible manner, then you can also point out the features and characteristics of the concept, not a big deal। ਸੋ ਫੀਚਰਸ ਅਤੇ ਕਰੈਕਟਰਿਸਟਿਕਸ ਦੀ ਗੱਲ ਕਰਦੇ ਹੋਏ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਫਾਰਮਲ ਸਿਸਟਮ ਆਫ ਅਕਾਊਂਟੇਬਿਲਿਟੀ ਐਂਡ ਕੰਟਰੋਲ। ਦੇਖੋ ਅਸੀਂ ਡੈਫੀਨੇਸ਼ਨ ਦੇ ਵਿੱਚ ਇਹੀ ਗੱਲ ਕੀਤੀ ਹੈ ਕਿ ਕਾਰਪੋਰੇਟ ਗਵਰਨੈਂਸ ਤੋਂ ਮਤਲਬ ਅਸੀਂ ਸਿਸਟਮ ਤੋਂ ਲੈਂਦੇ ਹਾਂ, ਤੇ ਸਿਸਟਮ ਇਹ ਇਨਫੋਰਮਲ ਨਹੀਂ ਹੈ, ਫਾਰਮਲ ਹੈ, ਜੋ ਅਕਾਊਂਟੇਬਿਲਿਟੀ ਸੁਨਿਸ਼ਚਿਤ ਕਰਦਾ ਹੈ, ਜਵਾਬਦੇਹੀ ਨਿਸ਼ਚਿਤ ਕਰਦਾ ਹੈ, ਜੋ ਕੰਟਰੋਲ ਕਰਦਾ ਹੈ ਕੰਪਨੀ ਦੇ ਅਫੇਅਰਸ ਨੂੰ। ਠੀਕ ਹੈ, ਇਹ ਕੰਪਨੀ ਆਰਗੇਨਾਈਜੇਸ਼ਨਲ ਸਟਰਕਚਰ ਕੀ ਹੁੰਦੀ ਹੈ, ਠੀਕ ਹੈ, ਉਹਦੇ ਉੱਤੇ ਵੀ ਜ਼ੋਰ ਦਿੰਦਾ ਹੈ। It is a system through which corporate entities are directed and controlled। It specifies the distribution of rights and responsibility among different participants। It clearly defines the authority and responsibility relationship। It determines the or decides the accountability of the different managerial personnel। So it is the formal system of accountability and control। It deals with the laws and procedures and rules। अगर कॉर्पोरेट गवर्नेंस सारे स्टेक होल्डर्स का ध्यान रखना चाहती है, अगर कॉर्पोरेट गवर्नेंस इनफॉर्म्ड मैनेजरियल डिसीजंस लेना चाहती है, अगर कॉर्पोरेट गवर्नेंस एक चंगा सिस्टम है, तो जो भी स्टेट दे विच जो भी कॉर्पोरेट दे जो भी नैशनल कंट्री दे विच कंपनी है
ਉੱਥੇ ਦੇ ਰੂਲਸ, ਰੈਗੂਲੇਸ਼ਨ, ਪ੍ਰੋਸੀਜਰਸ, ਐਕਟ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੰਮ ਕਰਦੀ ਹੈ। ਜੋ ਵੀ ਕਾਰਪੋਰੇਟ ਗਵਰਨੈਂਸ ਸਿਸਟਮ ਡਿਜ਼ਾਈਨ ਕੀਤਾ ਜਾਂਦਾ ਹੈ, ਸਾਰੇ ਸਟੇਕ ਹੋਲਡਰਸ ਦਾ ਧਿਆਨ ਰੱਖਿਆ ਜਾਵੇ ਤਾਂ ਉਹ ਜੋ ਵੀ ਉਸਦੇ ਰਿਲੇਸ਼ਨ ਦੇ ਵਿੱਚ ਐਕਟ ਹੁੰਦੇ ਨੇ, ਲਾਜ਼ ਹੁੰਦੇ ਨੇ, ਪ੍ਰੋਸੀਜਰ ਹੁੰਦੇ ਨੇ, ਰੂਲ ਹੁੰਦੇ ਨੇ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਿਸਟਮ ਡਿਜ਼ਾਈਨ ਕੀਤਾ ਜਾਂਦਾ। ਦੇਖੋ ਹੁਣ ਜਿਵੇਂ ਕਿ ਕੰਪਨੀ ਦੇ ਸੰਦਰਭ ਦੇ ਵਿੱਚ ਹੀ ਅਸੀਂ ਗੱਲ ਕਰਦੇ ਹਾਂ ਕਾਰਪੋਰੇਟ ਗਵਰਨੈਂਸ। ਤੁਸੀਂ ਕੰਪਨੀ ਲਾ ਪਿਛਲੇ ਸਮੈਸਟਰ ਦੇ ਵਿੱਚ, 4th ਸਮੈਸਟਰ ਦੇ ਵਿੱਚ ਪੜ੍ਹ ਕੇ ਆਏ ਹੋ। ਤੁਸੀਂ ਉੱਥੇ ਦੇਖਿਆ ਹੈ ਕਿ ਅਕਸਰ ਡਿਸੀਜਨ ਕਿਵੇਂ ਲਿੱਤੇ ਜਾਂਦੇ ਨੇ, ਰੈਜ਼ੋਲੂਸ਼ਨ ਪਾਸ ਕਰਕੇ ਬੋਰਡ ਮੀਟਿੰਗਸ ਦੇ ਵਿੱਚ ਜਾਂ ਫਿਰ ਜਨਰਲ ਮੀਟਿੰਗਸ ਦੇ ਵਿੱਚ। ਅਗਰ ਬੋਰਡ ਦੀ ਪਾਵਰ ਹੈ ਤਾਂ ਬੋਰਡ ਮੀਟਿੰਗ ਦੇ ਵਿੱਚ, ਅਗਰ ਬੋਰਡ ਦੀ ਪਾਵਰ ਤੋਂ ਬਾਹਰ ਹੈ ਤਾਂ ਜਨਰਲ ਮੀਟਿੰਗ ਦੇ ਵਿੱਚ। ਤਾਂ ਉਹ ਕਿਹਦੇ ਅਕੋਰਡਿੰਗ ਹੁੰਦਾ ਕੰਮ? ਉਹ ਕੰਪਨੀਜ਼ ਐਕਟ 2013 ਦੇ ਅਕੋਰਡਿੰਗ ਹੁੰਦਾ। ਡਾਇਰੈਕਟਰ ਦੀ ਅਪੁਆਇੰਟਮੈਂਟ ਉਹਦੇ ਅਕੋਰਡਿੰਗ ਹੁੰਦੀ ਹੈ। ਸੈਕਟਰੀ ਦੇ ਸਟੈਂਡਰਡ ਫੋਲੋ ਕੀਤੇ ਜਾਂਦੇ ਨੇ ਮੀਟਿੰਗਸ ਦੇ ਕੰਡਕਟ ਦੇ ਵਿੱਚ। ਤਾਂ ਕਾਰਪੋਰੇਟ ਗਵਰਨੈਂਸ ਨੂੰ ਲੈ ਕੇ ਬਹੁਤ ਲਾ ਨੇ, ਪ੍ਰੋਸੀਜਰਸ ਨੇ, ਰੂਲ ਨੇ, ਤਾਂ ਕਾਰਪੋਰੇਟ ਗਵਰਨੈਂਸ ਉਹਨਾਂ ਨਾਲ ਡੀਲ ਕਰਦੀ ਹੈ। ਠੀਕ ਹੈ। ਨੰਬਰ 3, ਵੈਲਿਊ ਓਰੀਐਂਟੇਸ਼ਨ। ਕਾਰਪੋਰੇਟ ਗਵਰਨੈਂਸ ਐਥਿਕਸ, ਵੈਲਿਊਜ਼ ਅਤੇ ਮੋਰਲਸ ਦੇ ਆਲੇ ਦੁਆਲੇ ਹੈ, ਉਹਦੇ ਘੇਰੇ ਦੇ ਵਿੱਚ ਹੈ। ਇਟ encompasses ethics, values and morals of the corporation and directors. Corporate governance, ਦੇਖੋ ਅਸੀਂ ਗੱਲ ਕੀਤੀ ਹੈ corporate governance is about decision making, ਕਿ ਕੰਪਨੀ ਦੇ ਵਿੱਚ decision making ਕਿਵੇਂ ਹੁੰਦੀ ਹੈ। ਬਟ corporate governance ਦੇ ਵਿੱਚ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਜੋ decision making ਹੋਵੇ ਉਹ ethical decision making ਹੋਵੇ। ਸਿਰਫ ਫਾਈਨੈਂਸ਼ੀਅਲ ਫੈਕਟਰਸ ਨੂੰ ਕੰਸੀਡਰ ਕਰਦੇ ਹੋਏ decision making ਨਾ ਕੀਤੀ ਜਾਵੇ। ਫਾਈਨੈਂਸ਼ੀਅਲ ਫੈਕਟਰਸ ਤੋਂ ਇਲਾਵਾ ਐਥੀਕਲੀ ਵੀ ਸੋਚਿਆ ਜਾਵੇ ਉਹਨਾਂ ਡਿਸੀਜਨਸ ਬਾਰੇ। ਤਾਂ ਇਹ ਵੈਲਿਊ ਓਰੀਐਂਟਡ ਕੰਸੈਪਟ ਹੈ, ਐਥਿਕਸ ਓਰੀਐਂਟਡ ਕੰਸੈਪਟ ਹੈ। ਪ੍ਰਮੋਟਸ ਟ੍ਰਾਂਸਪੇਰੈਂਸੀ। ਵਰਲਡ ਬੈਂਕ ਦੇ ਜੋ 9th ਪ੍ਰੈਜ਼ੀਡੈਂਟ ਹੈ, ਜੇਮਸ, ਪੂਰਾ ਨਾਮ ਮੇਰੇ ਧਿਆਨ ਦੇ ਵਿੱਚ ਨਹੀਂ ਹੈ, ਜੇਮਸ ਵਰਲਡ ਬੈਂਕ ਦੇ ਜੋ 9th ਪ੍ਰੈਜ਼ੀਡੈਂਟ ਹੈ, ਉਹਨਾਂ ਨੇ ਫਾਈਨੈਂਸ਼ੀਅਲ ਟਾਈਮਸ ਦੇ ਇੰਟਰਵਿਊ ਦੇ ਵਿੱਚ ਗੱਲ ਕਹੀ ਸੀ। ਜੇਮਸ ਡੇਵਿਡ ਨਾਮ ਹੈ, ਕਿ ਕਾਰਪੋਰੇਟ ਗਵਰਨੈਂਸ ਇਜ਼ ਅਬਾਊਟ ਪ੍ਰਮੋਟਿੰਗ ਕਾਰਪੋਰੇਟ ਫੇਅਰਨੈਸ, ਟ੍ਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ। ਕਿ ਕਾਰਪੋਰੇਟ ਗਵਰਨੈਂਸ ਤੋਂ ਮਤਲਬ ਹੀ ਇਹ ਹੈ ਕਿ ਉਹ ਕਾਰਪੋਰੇਟ ਫੇਅਰਨੈਸ, ਟ੍ਰਾਂਸਪੇਰੈਂਸੀ ਅਤੇ ਅਕਾਊਂਟੇਬਿਲਿਟੀ ਨੂੰ ਪ੍ਰਮੋਟ ਕਰੇ। ਦੇਖੋ ਆਪਾਂ ਨੇ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਇਹ ਕੰਸੈਪਟ ਚਰਚਾ ਦਾ ਵਿਸ਼ੇ ਕਿਉਂ ਬਣਿਆ, ਐਮਰਜੈਂਸ ਕੀ ਹੈ ਇਹਦੇ ਪਿੱਛੇ। ਤਾਂ ਐਮਰਜੈਂਸ ਸੀਗੀ ਕਾਰਪੋਰੇਟ ਸਕੈਮਸ, ਕਰਪਸ਼ਨ, ਫਰੋਡਸ ਕਾਰਪੋਰੇਟ ਲੈਵਲ ਤੇ ਉਹਨਾਂ ਨੂੰ ਓਵਰਕਮ ਕਿਵੇਂ ਕੀਤਾ ਜਾ ਸਕਦਾ ਹੈ? ਉਹਨਾਂ ਨੂੰ ਓਵਰਕਮ ਕੀਤਾ ਜਾ ਸਕਦਾ ਹੈ ਕਾਰਪੋਰੇਟ ਫੇਅਰਨੈਸ, ਟ੍ਰਾਂਸਪੇਰੈਂਸੀ ਤੇ ਅਕਾਊਂਟੇਬਿਲਿਟੀ ਨੂੰ ਪ੍ਰਮੋਟ ਕਰਕੇ। ਟ੍ਰਾਂਸਪੇਰੈਂਸੀ ਨੂੰ ਪ੍ਰਮੋਟ ਕਰੋਗੇ, ਜਿੰਨੀ ਟ੍ਰਾਂਸਪੇਰੈਂਸੀ ਹੋਊਗੀ ਓਨੀ ਜ਼ਿਆਦਾ ਕਰਪਸ਼ਨ ਜਾਂ ਸਕੈਮਸ ਘੱਟ ਹੋਣਗੇ। ਹੁਣ ਦੇਖੋ ਕੋਈ ਤੁਹਾਨੂੰ ਮੋਬਾਈਲ ਕੰਪਨੀ, ਇਹਦੇ ਲਈ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ। ਕੋਈ ਮੋਬਾਈਲ ਕੰਪਨੀ MI ਲਗਾ ਲਓ, ਤੁਹਾਨੂੰ ਵਾਰੰਟੀ ਦਿੰਦੀ ਹੈ ਕਿ ਇਹਦੀ 1 ਸਾਲ ਦੀ ਗਰੰਟੀ ਹੈ ਜਾਂ ਵਾਰੰਟੀ ਹੈ, ਪਰ ਉਹ ਤੁਹਾਨੂੰ ਉਸਦੇ ਪ੍ਰੋਪਰ ਡਿਫਾਈਨ ਨਹੀਂ ਕਰਦੀ ਕਿ ਕਿਹੜੇ ਪਾਰਟਸ ਦੀ ਗਰੰਟੀ ਵਾਰੰਟੀ ਹੈ, ਕਿਹੜੇ ਪਾਰਟਸ ਦੀ ਨਹੀਂ ਹੈ, ਰਿਪਲੇਸਮੈਂਟ ਹੋਊਗੀ, ਪਾਰਟ ਠੀਕ ਕਰਕੇ ਦੇਣਗੇ। ਠੀਕ ਹੈ, ਉਹ ਗੱਲਾਂ ਰੂਲ ਡਿਫਾਈਨ ਨਹੀਂ ਕਰਦੇ ਹੈਗੇ। ਐਕਸੀਡੈਂਟਲ ਕਵਰ ਹੈ ਕਿ ਨਹੀਂ ਹੈ, ਅਗਰ ਉਹ ਤੁਹਾਨੂੰ ਡਿਫਾਈਨ ਕਰਕੇ ਨਹੀਂ ਦਿੰਦੇ ਤਾਂ ਤੁਸੀਂ ਉਹਦਾ ਆਪਣਾ ਮੋਬਾਈਲ ਤੁਹਾਡਾ ਖਰਾਬ ਹੋ ਗਿਆ, ਤੁਸੀਂ ਉਹਨੂੰ ਕਹਿੰਦੇ ਹੋ ਕਿ ਆ ਬਈ ਆਹ ਚੀਜ਼ ਮੇਰੀ ਖਰਾਬ ਹੋ ਗਈ, ਮੈਨੂੰ ਠੀਕ ਕਰਕੇ ਦਿਓ, ਇਹ ਗਰੰਟੀ ਦੇ ਵਿੱਚ ਹੈ ਜਾਂ ਵਾਰੰਟੀ ਦੇ ਵਿੱਚ ਹੈ, ਠੀਕ ਹੈ, ਜਾਂ ਰਿਪਲੇਸ ਕਰਕੇ ਦਿਓ। ਉਹ ਤੁਹਾਨੂੰ ਕੋਈ ਨਾ ਕੋਈ ਐਕਸਕਿਊਜ਼ ਲਗਾ ਦੇਣਗੇ ਕਿ ਦੇਖੋ ਸਰ ਸਾਡੀ ਪੋਲਿਸੀ ਇਹ ਹੈ ਕਿ ਅਸੀਂ ਇਹ ਵਾਲਾ ਪਾਰਟ ਨਹੀਂ ਕਰਦੇ। ਹੁਣ ਤੁਹਾਨੂੰ ਕਿਵੇਂ ਪਤਾ ਲੱਗੂ ਉਹਦੀ ਪੋਲਿਸੀ ਕੀ ਹੈ ਕੰਪਨੀ, ਕਿਉਂਕਿ ਰਿਟਨ ਦੇ ਵਿੱਚ ਤਾਂ ਤੁਹਾਨੂੰ ਕਮਿਊਨੀਕੇਟ ਹੋਈ ਨਹੀਂ। ਅਗਰ ਤੁਹਾਨੂੰ ਰਿਟਨ ਦੇ ਵਿੱਚ ਕਮਿਊਨੀਕੇਟ ਹੋਈ ਹੈ, ਕੰਡੀਸ਼ਨਸ ਐਂਡ ਵਾਰੰਟੀਜ਼ ਕਮਿਊਨੀਕੇਟ ਹੋਈਆਂ ਨੇ ਕਿਸੇ ਪ੍ਰੋਡਕਟ ਦੀ ਗਰੰਟੀ ਵਾਰੰਟੀ ਨੂੰ ਲੈ ਕੇ,
ਤਾਂ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਉਹ ਕਲੇਮ ਕਰਨ ਜਾਣਾ ਹੈ ਕਿ ਨਹੀਂ ਜਾਣਾ। ਤੁਹਾਨੂੰ ਪਤਾ ਹੁੰਦਾ ਕਿ ਉੱਥੇ ਅਗਰ ਤੁਹਾਡੇ ਕਲੇਮ ਨੂੰ ਉਹ ਰਿਜੈਕਟ ਕਰਦੇ ਨੇ, ਤੁਸੀਂ ਉਹਦੇ ਅਗੇਂਸਟ ਕੰਮ ਕਰਨਾ, ਕੋਈ ਕਾਰਵਾਈ ਕਰਨੀ ਹੈ ਕਿ ਨਹੀਂ ਕਰਨੀ। ਟਰਾਂਸਪੇਰੈਂਸੀ ਨਾਲ ਅਵੇਅਰਨੈਸ ਹੁੰਦੀ ਹੈ, ਜਿੱਥੇ ਅਵੇਅਰਨੈਸ ਹੁੰਦੀ ਹੈ, ਟਰਾਂਸਪੇਰੈਂਸੀ ਹੁੰਦੀ ਹੈ, ਉੱਥੇ ਸਕੈਮਸ ਦੀ ਪ੍ਰੋਬੇਬਿਲਿਟੀ ਘਟ ਜਾਂਦੀ ਹੈ। ਇਸ ਕਰਕੇ ਕਾਰਪੋਰੇਟ ਗਵਰਨੈਂਸ ਦਾ ਕਿਤੇ ਨਾ ਕਿਤੇ ਇਹ ਆਬਜੈਕਟਿਵ ਰਹਿੰਦਾ ਹੈ, ਇਹ ਕੋਸ਼ਿਸ਼ ਰਹਿੰਦੀ ਹੈ ਕਿ ਟਰਾਂਸਪੇਰੈਂਸੀ ਨੂੰ ਪ੍ਰਮੋਟ ਕੀਤਾ ਜਾਵੇ। ਸਟੇਕ ਹੋਲਡਰ ਓਰੀਐਂਟਡ ਕੰਸੈਪਟ, ਆਪਾਂ ਨੇ ਪਹਿਲੇ ਹੀ LVV ਅਈਅਰ ਦੀ ਡੈਫੀਨੇਸ਼ਨ ਦੇ ਵਿੱਚ ਗੱਲ ਕੀਤੀ ਹੈ ਕਿ ਕਾਰਪੋਰੇਟ ਗਵਰਨੈਂਸ ਉਹ ਸਿਸਟਮ ਹੈ ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਸਾਰੇ ਸਟੇਕ ਹੋਲਡਰਸ ਦੇ ਇੰਟਰਸਟ ਦਾ ਧਿਆਨ ਰੱਖਿਆ ਜਾਵੇ ਬੈਸਟ ਪੋਸੀਬਲ ਮੈਨਰ ਦੇ ਵਿੱਚ, ਬੈਲੈਂਸ ਮੈਨਰ ਦੇ ਵਿੱਚ। ਦੇਖੋ ਕਨਫਲਿਕਟ ਹੁੰਦੇ ਨੇ, ਨੋ ਡਾਊਟ ਕਨਫਲਿਕਟ ਹੁੰਦੇ ਨੇ, ਅਸੀਂ ਸਾਰਿਆਂ ਦਾ ਬਹੁਤ ਮਤਲਬ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਨਾ ਪੈਂਦਾ ਇੱਕ ਦੂਜੇ ਦੇ ਇੰਟਰਸਟ ਨਾਲ। ਕਈ ਵਾਰ ਕਸਟਮਰ ਦੇ ਇੰਟਰਸਟ ਨਾਲ ਕੰਪਰੋਮਾਈਜ਼ ਕਰਨਾ ਪੈਂਦਾ, ਕਈ ਵਾਰ ਸ਼ੇਅਰ ਹੋਲਡਰ ਦੇ ਇੰਟਰਸਟ ਨਾਲ ਕੰਪਰੋਮਾਈਜ਼ ਕਰਨਾ ਪੈਂਦਾ। ਲੇਕਿਨ ਕਾਰਪੋਰੇਟ ਗਵਰਨੈਂਸ ਹੈ ਹੀ ਉਹ ਸਿਸਟਮ ਜੋ ਸਾਰਿਆਂ ਦੇ ਇੰਟਰਸਟ ਨੂੰ ਬੈਲੈਂਸ ਕਰਕੇ ਚੱਲੇ, ਸਾਰਿਆਂ ਨੂੰ ਬੈਲੈਂਸ ਕਰਕੇ ਚੱਲੇ। ਸਟੇਕ ਹੋਲਡਰ ਓਰੀਐਂਟਡ ਕੰਸੈਪਟ ਹੈ, ਤੇ ਸਟੇਕ ਹੋਲਡਰ ਓਰੀਐਂਟਡ ਕੰਸੈਪਟ ਹੋਣ ਕਰਕੇ, ਵੈਲਿਊ ਓਰੀਐਂਟਡ ਕੰਸੈਪਟ ਹੋਣ ਕਰਕੇ, ਕਿਉਂਕਿ ਇਹ ਲਾਜ਼ ਐਂਡ ਪ੍ਰੋਸੀਜਰਸ ਨੂੰ ਵੀ ਧਿਆਨ ਦੇ ਵਿੱਚ ਰੱਖਦਾ ਹੈ, ਇੱਕ ਕੀ ਫੈਕਟਰ ਹੈ ਇਹ ਸਸਟੇਨੇਬਲ ਡਿਵੈਲਪਮੈਂਟ ਦੇ ਵਿੱਚ, ਲੌਂਗ ਟਰਮ ਸਸਟੇਨੇਬਲ ਡਿਵੈਲਪਮੈਂਟ ਦੇ ਵਿੱਚ। ਕਿਉਂਕਿ ਅਗਰ ਤੁਸੀਂ ਕਾਰਪੋਰੇਟ ਸਕੈਮਸ ਹੋਣਗੇ, ਦੇਖੋ ਕਾਰਪੋਰੇਟ ਸਕੈਮ ਹੋਣ ਨਾਲ ਜਾਂ ਕੋਈ ਹੋਰ ਫੇਲਿਅਰ ਹੋਣ ਨਾਲ, ਜਿਵੇਂ ਕਿ ਐਗਜ਼ਾਮਪਲ ਲੈ ਲਓ, ਮੈਗੀ ਦੀ ਐਗਜ਼ਾਮਪਲ ਲਗਾ ਲਓ। ਮੈਗੀ ਨੂੰ ਉਹਨਾਂ ਦੀ ਸਿਸਟਮ ਫੇਲਿਅਰ ਕਰਕੇ ਬਹੁਤ ਨੁਕਸਾਨ ਝੇਲਣਾ ਪਿਆ ਸੀ। ਨੈਸਲੇ ਦਾ ਪ੍ਰੋਡਕਟ ਹੈ ਮੈਗੀ, ਕੁਛ ਸਾਲ ਪਹਿਲਾਂ, ਅੱਜ ਤੋਂ 3 ਜਾਂ 4 ਸਾਲ ਪਹਿਲਾਂ, ਮੈਗੀ ਦੇ ਵਿੱਚ ਇੱਕ ਮਟੀਰੀਅਲ ਲੈਡ ਸੀਗਾ, ਉਹਦੀ ਕੁਆਂਟਿਟੀ ਵੱਧ, ਜੋ ਪਰਮਿਸ਼ੇਬਲ ਕੁਆਂਟਿਟੀ ਹੁੰਦੀ ਹੈ ਉਸ ਤੋਂ ਵੱਧ ਕੁਆਂਟਿਟੀ ਉਹਦੇ ਵਿੱਚ ਪਾਈ ਗਈ ਸੀ, ਜਿਹਦੇ ਕਰਕੇ ਉਸਨੂੰ ਆਪਣਾ ਸਾਰਾ ਸਟਾਕ ਮਾਰਕੀਟ ਵਿੱਚੋਂ ਵਾਪਸ ਲੈਣਾ ਪਿਆ ਸੀਗਾ ਤੇ ਉਸਨੂੰ ਡਿਸਟਰੋਏ ਕਰਨਾ ਪਿਆ ਸੀ, ਤੇ ਕਾਫੀ ਬਦਨਾਮੀ ਵੀ ਹੋਈ ਸੀ, ਤੇ ਕਾਫੀ ਜ਼ਿਆਦਾ ਮਤਲਬ ਉਹਦਾ ਕਸਟਮਰ ਬੇਸ ਵੀ ਉਹਦਾ ਥੋੜਾ ਜਿਹਾ ਪਹਿਲਾਂ ਨਾਲੋਂ ਘਟ ਗਿਆ, ਕਿਉਂਕਿ EP ਤੇ ਸ਼ਿਫਟ ਹੋ ਗਏ ਕਾਫੀ ਕਸਟਮਰਸ, EP ਖਾਣ ਲੱਗ ਪਏ। ਤੇ ਉਹਦਾ ਕਾਰਨ ਕੀ ਸੀ? ਉਹਦਾ ਕਾਰਨ ਇਹ ਸੀ ਕਿਤੇ ਨਾ ਕਿਤੇ ਉਹਨਾਂ ਦੀ ਕਾਰਪੋਰੇਟ ਗਵਰਨੈਂਸ, ਉਹਨਾਂ ਦੀ ਸਿਸਟਮ ਫੇਲਿਅਰ ਸੀ। ਸਿਸਟਮ ਇਹ ਚੈੱਕ ਕਰਨ ਦੇ ਵਿੱਚ ਫੇਲ ਹੋ ਗਿਆ ਕਿ ਸਾਡੇ ਵਿੱਚ ਕੰਟੈਂਟ ਦੀ ਮਾਤਰਾ ਕਿਉਂ ਵੱਧ ਆ ਰਹੀ ਹੈ। ਉਹਨਾਂ ਨੇ ਰੈਡੀਮੇਡ ਕੰਟੈਂਟ ਨਹੀਂ ਜ਼ਿਆਦਾ ਪਾਤਾ ਸੀਗਾ, ਐਕਚੁਅਲੀ ਜੋ ਰਾ ਮਟੀਰੀਅਲ ਸੀਗਾ ਉਹਦੇ ਵਿੱਚ ਨੈਚੁਰਲ ਲੈਡ ਵੀ ਸੀਗਾ, ਉਹਦੀ ਮਾਤਰਾ ਵੀ ਵੱਧ ਗਈ ਸੀਗੀ, ਉਹਦੀ ਕੁਆਂਟਿਟੀ ਵੀ ਵੱਧ ਗਈ ਸੀ। ਜਿਹੜਾ ਉਹ ਆਪਣਾ ਫਲੇਵਰ ਐਡ ਕਰਦੇ ਨੇ, ਆਪਣੇ ਵੱਲੋਂ ਐਡ ਕਰਦੇ ਨੇ, ਉਸ ਦੇ ਵਿੱਚ ਵੀ ਉਹ ਨੋਰਮਲ ਸੀਗਾ, ਪਰ ਉਹ ਦੋਨੋਂ ਕੰਬਾਈਨ ਕਰਕੇ ਵੱਧ ਗਈ ਸੀ। ਕਿਤੇ ਨਾ ਕਿਤੇ ਸਿਸਟਮ ਫੇਲਿਅਰ ਹੋਣ ਕਰਕੇ ਮੈਗੀ ਨੂੰ ਬਹੁਤ ਜ਼ਿਆਦਾ, ਨੈਸਲੇ ਕੰਪਨੀ ਨੂੰ ਬਹੁਤ ਜ਼ਿਆਦਾ ਲੋਸ ਫੇਸ ਕਰਨਾ ਪਿਆ ਸੀ। ਤਾਂ ਉਹੀ ਗੱਲ ਹੈ ਨਾ, ਹੁਣ ਜਿਵੇਂ ਕਿ ਕਈ ਵਾਰ ਕੋਈ ਕੰਪਨੀ ਗਲਤ ਬਿਆਨ ਦੇ ਦਿੰਦੀ ਹੈ, ਸਨੈਪਚੈਟ ਦੀ ਐਗਜ਼ਾਮਪਲ ਲਗਾ ਲਓ, ਉਹਨਾਂ ਨੇ ਕਹਿਤਾ ਸੀਗਾ ਕਿ ਸਨੈਪਚੈਟ ਤਾਂ ਪੜ੍ਹੇ ਲਿਖੇ ਲੋਕਾਂ ਲਈ ਤੇ ਅਮੀਰ ਲੋਕਾਂ ਲਈ ਹੈ, ਤੇ ਇੰਡੀਆ ਦੇ ਵਿੱਚ ਅਨਪੜ੍ਹ ਲੋਕ ਨੇ ਉਹਨਾਂ ਲਈ ਸਨੈਪਚੈਟ ਨਹੀਂ ਹੈ। ਤੇ ਫਿਰ ਇੰਡੀਆ ਦੇ ਵਿੱਚ ਇਸ ਐਪ ਦਾ ਬਹੁਤ ਜ਼ਿਆਦਾ ਉਹ ਕ੍ਰਿਟਿਸਿਜ਼ਮ ਹੋਇਆ ਸੀਗਾ, ਤੇ ਲੋਕਾਂ ਨੇ ਇਸਨੂੰ ਅਨਇੰਸਟਾਲ ਕਰਤਾ ਸੀਗਾ। ਤਾਂ ਕਿਤੇ ਨਾ ਕਿਤੇ ਉਹ ਸਿਸਟਮ ਦੀ ਫੇਲਿਅਰ ਹੈ ਕਿ ਅਸੀਂ ਇਹੋ ਜਿਹੇ ਬਿਆਨ, ਇਹੋ ਜਿਹੀ ਸਟੇਟਮੈਂਟ ਦੇ ਰਹੇ ਹਾਂ ਤੇ ਬਾਹਰ ਦੇ ਰਹੇ ਹਾਂ, ਠੀਕ ਹੈ। ਤਾਂ ਜਦ ਇੱਕ ਤੁਹਾਡਾ ਅੱਛਾ ਸਿਸਟਮ ਹੋਊਗਾ, ਕਾਰਪੋਰੇਟ ਗਵਰਨੈਂਸ ਅੱਛੀ ਹੋਏਗੀ, ਤਾਂ ਤੁਹਾਡੀ ਲੌਂਗ ਟਰਮ ਸਸਟੇਨ ਕਰ ਸਕਦੇ ਹੋ ਤੁਸੀਂ। ਜਦ ਵੀ ਕੋਈ ਕਾਰਪੋਰੇਟ ਸਕੈਮ ਹੁੰਦਾ, ਸਹਾਰਾ ਦਾ ਕਾਰਪੋਰੇਟ ਸਕੈਮ ਹੋਇਆ ਸੀ ਤੇ ਸਹਾਰਾ ਕੰਪਨੀ ਨੂੰ ਵੀ ਕਾਫੀ ਲੋਸ ਫੇਲ ਕਰਨੇ ਪੈਂਦੇ ਸੀ। ਜਦ ਵੀ ਕੋਈ ਕਾਰਪੋਰੇਟ ਸਕੈਮ ਹੁੰਦਾ ਹੈ ਤਾਂ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਵੀ ਤੁਹਾਨੂੰ ਕਾਫੀ ਲੋਸ ਫੇਲਿਅਰ ਕਰਨਾ ਪੈਂਦਾ ਹੈ, ਤੇ ਕੁਛ ਨਾ ਕੁਛ ਕਸਟਮਰਸ ਦਾ ਵੀ ਤੁਹਾਡੇ ਉੱਤੇ ਕੌਨਫੀਡੈਂਸ ਘਟ ਜਾਂਦਾ ਹੈ।
इस करके एक चंगा सिस्टम होना है, गुड कॉर्पोरेट गवर्नेंस होना की फैक्टर है सस्टेनेबल डेवलपमेंट। लास्ट ਦੇ ਵਿੱਚ ਇਹੀ ਕਹਾਂਗੇ, ਸਿੱਖਦੇ ਰਹੋ, ਕੀਪ ਲਰਨਿੰਗ। ਤੇ ਬੀਕੌਮ ਫਾਈਨਲ ਈਅਰ ਦੇ ਸਟੂਡੈਂਟਸ ਲਈ ਇਹ ਮੇਰੀ ਪਹਿਲਾ ਲੈਕਚਰ ਹੈ, ਪਹਿਲਾ ਵੀਡੀਓ ਲੈਕਚਰ ਹੈ ਜੋ ਮੈਂ ਰਿਕਾਰਡ ਕਰ ਰਿਹਾ। ਤੇ ਮੈਂ ਕਲੀਅਰ ਕਰਦਾ ਕਿ ਇਹ ਜੋ ਲੈਕਚਰ ਰਿਕਾਰਡ ਕੀਤੇ ਜਾ ਰਹੇ ਨੇ ਕੋਵਿਡ-19 ਪੈਨੇਡੈਮਿਕ ਕਰਕੇ ਜੋ ਕਲਾਸਿਸ ਆਫ ਹੋਈਆਂ ਨੇ ਉਸ ਦੇ ਮੱਦੇਨਜ਼ਰ ਉਸਨੂੰ ਓਵਰਕਮ ਕਰਨ ਲਈ ਇਹ ਲੈਕਚਰ ਰਿਕਾਰਡ YouTube ਚੈਨਲ ਦੇ ਥਰੂ ਤੁਹਾਡੇ ਕੋਲ ਪਹੁੰਚਾਏ ਜਾ ਰਹੇ ਨੇ। ਤੇ ਜੋ ਹੁਣ ਤੱਕ ਨਿਊਜ਼ ਆਈ ਹੈ ਉਹ ਇਹ ਹੈ ਕਿ ਤੁਹਾਡੇ ਜੁਲਾਈ ਦੇ ਵਿੱਚ ਫਾਈਨਲ ਈਅਰ ਵਾਲੇ ਸਟੂਡੈਂਟਸ ਦੇ ਜੁਲਾਈ ਦੇ ਪਹਿਲੇ 15 ਦਿਨਾਂ ਦੇ ਵਿੱਚ ਐਗਜ਼ਾਮ ਕੰਡਕਟ ਕਰਵਾਏ ਜਾਣਗੇ। ਕੋਸ਼ਿਸ਼ ਰਹੇਗੀ ਕਿ ਉਸ ਤੋਂ ਪਹਿਲਾਂ ਤੁਹਾਡੇ ਵੱਧ ਤੋਂ ਵੱਧ ਲੈਕਚਰਸ ਰਿਕਾਰਡ ਕਰਕੇ ਤੁਹਾਨੂੰ ਇਸ ਚੈਨਲ ਦੇ ਥਰੂ ਅਵੇਲੇਬਲ ਕਰਵਾਏ ਜਾਣ। ਜੇ ਤੁਸੀਂ ਆਪਣੀ ਲਰਨਿੰਗ ਕੰਟੀਨਿਊ ਰੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਵਾ ਲਓ, ਤੁਹਾਨੂੰ ਰੂਟੀਨ ਬੇਸਿਸ ਤੇ ਇਸ ਚੈਨਲ ਤੇ ਲੈਕਚਰਸ ਮਿਲਦੇ ਰਹਿਣਗੇ। ਹੁਣ ਨੈਕਸਟ ਵੀਡੀਓ ਆਪਾਂ ਗੱਲ ਕਰਾਂਗੇ ਨੈਕਸਟ ਲੈਕਚਰ ਦੇ ਵਿੱਚ ਕਾਰਪੋਰੇਟ ਗਵਰਨੈਂਸ ਨੀਡ ਐਂਡ ਸਕੋਪ ਬਾਰੇ। ਕਾਰਪੋਰੇਟ ਗਵਰਨੈਂਸ ਦੀ ਨੀਡ ਕੀ ਹੈ ਜਾਂ ਫਿਰ ਇਸਦੇ ਬੈਨੀਫਿਟਸ ਤੇ ਇੰਪੋਰਟੈਂਸ ਕੀ ਹੈ, ਥੋੜੀ ਜਿਹੀ ਲੈਂਗੁਏਜ ਚੇਂਜ ਹੁੰਦੀ ਹੈ, ਟੌਪਿਕ ਇੱਕੋ ਹੀ ਹੁੰਦਾ ਹੈ। ਤੇ ਸਕੋਪ ਬਾਰੇ, दायरा की है कॉर्पोरेट गवर्नेंस। थैंक यू स्टूडेंट्स, कीप लर्निंग।